ਜਿਹੜਾ ਪਾਠ ਸਾਡੇ ਸਾਹਮਣੇ ਪ੍ਰਕਾਸ਼ ਹੋ ਰਿਹਾ ਹੈ, ਇਹ ਵਾਰ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਆ। ਤਾਂ ਕਿੰਨਵੀਂ ਵਾਰ ਹੈ ਜੀ? ਯਾਦ ਹੀ ਹੋਣਾ ਹੁਣ ਤਾਂ। ਹਾਂਜੀ ਹਾਂਜੀ, ਨਹੀਂ, ਟੋਟਲ ਲੜੀਵਾਰ। ਪਹਿਲਾ ਸਵਾਲ ਤਾਂ ਇਹ ਆਏਗਾ, ਲੜੀਵਾਰ ਚ ਆਪਾਂ ਪੜ੍ਹ ਰਹੇ ਹਾਂ। ਪਹਿਲਾ ਸਵਾਲ ਹੈ ਕਿ ਕਿੰਨਵੀਂ ਵਾਰ ਹੈ? ਹਾਂਜੀ, 15ਵੀਂ। ਬਿਲਕੁਲ ਠੀਕ ਹੈ, 15ਵੀਂ ਵਾਰ ਹੈ। ਤੇ ਫਿਰ ਹੁਣ ਗੁਰੂ ਅਰਜਨ ਸਾਹਿਬ ਜੀ ਦਾ ਵੀ ਵਿਚਾਰ ਲਈਏ ਕਿ ਗੁਰੂ ਅਰਜਨ ਸਾਹਿਬ ਜੀ ਦੀ ਹੁਣ ਤੱਕ ਦੀ ਇਹ ਕਿੰਨਵੀਂ ਵਾਰ ਹੈ? ਹਾਂਜੀ, ਚੌਥੀ ਆ। ਵੈਸੇ ਜਾਂਚ ਆ ਗਈ, ਤਤਕਰਾ ਦੇਖ ਕੇ ਛੇਤੀ ਪਤਾ ਲੱਗ ਜਾਂਦਾ। ਚਲੋ ਵਧੀਆ ਜੀ, ਯਾਦ ਰੱਖੀਏ। ਥੋੜਾ ਜਿਹਾ ਧਿਆਨ ਦੇਣ ਦੀ ਲੋੜ ਆ, ਕੋਈ ਬਹੁਤਾ ਔਖਾ ਨਹੀਂ। ਵੇਖੋ ਯਾਦ ਹੋ ਜਾਂਦਾ ਆ। 14 ਵਾਰਾਂ ਆਪਾਂ ਪਾਠ ਕਰ ਚੁੱਕੇ ਹਾਂ, 15ਵੀਂ ਵਾਰ ਦਾ ਪਾਠ ਆਪਾਂ ਆਰੰਭ ਕਰਨ ਲੱਗੇ ਹਾਂ ਜੀ। ਜਿਨ੍ਹਾਂ ਕੋਲ ਦਰਪਣ ਪੋਥੀ ਆ ਉਹ ਉੱਥੇ ਨਾਲ ਹੀ ਪਾਠ ਹੈ। ਤੁਸੀਂ 2 ਪੰਨੇ ਅੱਗੇ ਜਾਓਗੇ ਤਾਂ ਆਪ ਜੀ ਦੇ ਸਾਹਮਣੇ ਪ੍ਰਕਾਸ਼ ਹੋਏਗੀ ਜੀ। ਨਾਮ ਕਲੀ ਵਾਰ ਮਹਿਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਪੰਜਵਾ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਦੀਠ। ਵਿਛੜਿਆ ਵੇਲੇ ਪ੍ਰਭੂ ਹਰ ਦਰਗਾਹ ਗਾਉ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇਂਦਾ ਕੱਟੇ ਹੋ ਮੈਂ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਤੁਰੇ ਪਿਆ ਸੰਜੋਗ। ਮਹਿਲਾ ਪੰਜਵਾ। ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਵਾਰ। ਗੁਰਪੁਰੈ ਦੇਖਾ ਲਿਆ ਬਿਨ ਨਾਮੈ ਸਭ ਬਾਤ। ਸਾਖਤ ਦੁਰਜਨ ਭਰਮਿਆ ਜੋ ਲੱਗੇ ਦੂਜੈ ਸਾਧ। ਚਰ ਨਾਨਕ ਹਰ ਬਬ ਬੁਝਿਆ ਗੁਰ ਸਤਿਗੁਰ ਕੈ ਪ੍ਰਸਾਦ। ਥੋੜੀ ਖਟਣ ਹਾਰੈ ਥਾਟ ਆਪੇ ਹੀ ਖਟਿਆ। ਆਪੇ ਪੂਰਾ ਸ਼ਾਹ ਆਪੇ ਹੀ ਖਟਿਆ। ਆਪੇ ਕਰ ਪਾਸਾਰ ਆਪੇ ਰੰਗ ਰਟਿਆ। ਕੁਦਰਤ ਕੀਮ ਨਾ ਪਾਏ ਅਲਖ ਬ੍ਰਹਮਟਿਆ। ਅਗੰਮ ਅਥਾਹ ਬੇਅੰਤ ਪਰੈ ਪਰਟਿਆ। ਆਪੇ ਵੱਡ ਪਾਤਸ਼ਾਹ ਆਪ ਜੀ ਰਟਿਆ। ਠੀਕ, ਕੋਈ ਨਾ ਜਾਣੈ ਕੀਮ ਕੇਵਡ ਮਟਿਆ। ਸੱਚਾ ਸਾਹਿਬ ਆਪ ਗੁਰਮੁਖ ਪ੍ਰਗਟਿਆ। ਸ਼ਲੋਕ ਮਹਿਲਾ ਪੰਜਵਾ। ਸੁਣ ਸੱਜਣ ਪ੍ਰੀਤਮ ਮੇਰਿਆ ਮੈਂ ਸਤਿਗੁਰ ਦੇਵ ਦਿਖਾਲ। ਹੋ ਤਿਸ ਦੇਵਾ ਮਨ ਆਪਣਾ ਨਿਤ ਹਿਰਦੈ ਰੱਖਾਂ ਸੰਭਾਲ। ਇਕਸ ਸਤਿਗੁਰ ਬਾਹਰਾ ਤ੍ਰਿਗ ਜੀਵਨ ਸੰਸਾਰ। ਜਨ ਨਾਨਕ ਸਤਿਗੁਰ ਤਿਨਾ ਮਿਲਾਇਓਨ ਜਿਨ ਸਦ ਹੀ ਵਰਤੈ ਨਾਥ। ਮਹਿਲਾ ਪੰਜਵਾ। ਮੇਰੇ ਅੰਦਰ ਲੋਚਾ ਮਿਲਣ ਕੀ ਕਿਉ ਪਾਵਾਂ ਪ੍ਰਭ ਤੋਇ। ਕੋਈ ਐਸਾ ਸੱਜਣ ਲੋੜ ਲੋ ਜੋ ਮੇਲੇ ਪ੍ਰੀਤਮ ਮੋਹਿ। ਗੁਰਪੁਰੈ ਮੇਲ ਆਇਆ ਜਤ ਦੇਖਾਂ ਤਤ ਸੋਇ। ਜਨ ਨਾਨਕ ਸੋ ਪ੍ਰਭ ਸੇਵਿਆ ਤਿਸ ਜੇਵੜ ਅਵਰ ਨਾ ਕੋਇ। ਪੌੜੀ। ਦੇਵਨਹਾਰ ਦਾਤਾਰ ਕਿਤ ਮੁਖ ਸਾਲਾਹੀਐ। ਜਿਸ ਰਖੈ ਕਿਰਪਾ ਧਾਰ ਰਿਜ਼ਕ ਸਮਾਹੀਐ।
कोई ना किसी वस सबना एक धर, पाले बालक वांग दे कै आप कर, वाह वाह। करदा आनंद विनोद किछु ना जानिए, सर्व धार समरथ हो तिस कुर्बानिए, गाइए रात दिनंत गावण जोगिया, जो गुर की पैरी पाए तिनी हर रस भोगिया। श्लोक महला पंजवा। भीड़ों मोकलाई कीतियन, सब रखे कुटुंबे नाल, कारज आप सवारियन, सो प्रभ सदा संभाल। प्रभ मात पिता कंठ लाएंदा, लवड़े बालक पाल। दयाल होए सब जी जंत्र, हर नानक नदर निहाल। महला पंजवा। बिन तुद होर जे मंगना, सिर दुखा कै दुख। देह नाम संतोखियां, उतरै मन की भुख। गुर वन तिन हरिया कीतिया, नानक क्या मनुख। पौड़ी। सो ऐसा दातार मनो ना विसरै, घड़ी न मोहत चसा तिस बिन ना सरै। अंतर बाहर संग क्या को लुक करे, जिस पत रखै आप सो भव जल तरै। भगत ज्ञानी तपा जिस कृपा करै, सो पूरा प्रधान जिसनो बल धरै। जिसै जराए आप सोई अजर जरै, तिस ही मिलिया सच, तिस ही मिलिया सच मंत्र। गुर मन धरै, तिस ही मिलिया सच। इत्थे रुकीए जी। तिस ही मिलिया सच मंत्र, गुर मन धरै। श्लोक महला पंजवा। तन सो राग सुरंगड़े, अलापत सब तिख जाय। तन सो जंत सुहावड़े, जो गुरमुख जपदे नाम। जिनी एक मन एक आराध्या, तिन सद बलिहारै जाऊं। तिनकी धूड़ हम बंस दे, करमी पल्ले पाए। जो रते रंग गोविंद कै, हाँ तिन बलिहारै जाऊं। आखां बिरथा जी की, हर सज्जन मेलो राय। गुरपुरै में लाया, जन्म मरण दुख जाए। जन नानक पाया अगम रूप, अनंत ना काहू जाए। महला पंजवा। धन सो वेला घड़ी धन, धन मूरत पल सार। धन सो दिन संजोगड़ा, जित डिठा गुर दरसार। मन किया इच्छा पूरिया, हर पाया अगम अपार। हो मैं टुटा मोहड़ा, एक सच नाम आधार। जन नानक लगा सेव हर, उधरिया सगल संसार। पौड़ी। सिफत सलाहन भगत, बिरले दितियन। सौंपे जिस भंडार, फिर कुछ ना लीतियन। जिसनो लगा रंग, से रंग रतिया। ओना इको नाम आधार, इका उन पतिया। ओना पिछे जग
ਪੁੰਚੈ ਪੋ ਗਈ। ਉਹਨਾਂ ਪਿਆਰਾ ਰੱਬ ਉਹਨਾਂ ਜੋ ਗਈ। ਜਿਸ ਮਿਲਿਆ ਬੁਰਿਆਏ ਤਿਨ ਪ੍ਰਭ ਜਾਣਿਆ। ਹੋਂ ਬਲਿਹਾਰੀ ਤਿਨ ਜੇ ਖਸਮੈ ਭਾਣਿਆ। ਸ਼ਲੋਕ ਮਹਿਲਾ ਪੰਜਵਾ। ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਰੰਗ। ਹਰ ਇੱਕੋ ਮੇਰਾ ਸੱਜਣੋ, ਹਰ ਇੱਕ ਸੈ ਨਾਲ ਮੈਂ ਸੰਗ। ਹਰ ਇੱਕ ਸੈ ਨਾਲ ਮੈਂ ਗੋਸਤੇ, ਮੋਹ ਮੈਲਾ ਕਰੈ ਨਾ ਭੰਗ। ਜਾਣੈ ਬਿਰਥਾ ਜੀ ਕੀ, ਕਦੇ ਨਾ ਮੋੜੈ ਰੰਗ। ਹਰ ਇੱਕੋ ਮੇਰਾ ਮਸਲਤੀ, ਭੰਨਨ ਘੜਨ ਸਮਰੱਥ। ਹਰ ਇੱਕੋ ਮੇਰਾ ਦਾਤਾਰ ਹੈ, ਸਿਰ ਦਾਤਿਆ ਜਗ ਹੱਥ। ਹਰ ਇੱਕ ਸੈ ਦੀ ਮੈਂ ਟੇਕ ਹੈ, ਜੋ ਸਿਰ ਸਭਨਾ ਸਮਰੱਥ। ਸਤਿਗੁਰ ਸੰਤ ਮਿਲਾਇਆ, ਮਸਤਕ ਧਰ ਕੇ ਹੱਥ। ਵੱਡਾ ਸਾਹਿਬ ਗੁਰੂ ਮਿਲਾਇਆ, ਜਿਨ ਤਾਰਿਆ ਸਗਲ ਜਗਤ। ਸਾਧ ਸੰਗਤ ਜੀ ਧਿਆਨ ਦਿਓ ਇੱਕ ਵਾਰੀ, ਬਹੁਤ ਜ਼ਰੂਰੀ ਆ। ਪਾਠ ਆਪ ਜੀ ਦੇ ਸਾਹਮਣੇ ਆ, ਜ਼ਰੂਰ ਇੱਕ ਵਾਰੀ ਫਿਰ ਦਰਸ਼ਨ ਕਰਿਓ। ਸਤਿਗੁਰ ਸਿਹਾਰੀ ਲੱਗੀ ਆ। ਸਤਿਗੁਰ ਨੇ ਸੰਤ ਮਿਲਾਇਆ। ਸਤਿਗੁਰ ਨੇ ਸੰਤ ਮਿਲਾਇਆ, ਮਸਤਕ ਧਰ ਕੇ ਹੱਥ। ਸਤਿਗੁਰੂ ਨੇ ਸੰਤ ਮਿਲਾ ਦਿੱਤਾ। ਕਿਹੜਾ ਸੰਤ? ਬੜਾ ਝਮੇਲਾ ਨਾ ਅੱਜ ਕੱਲ, ਬੜਾ ਰੌਲਾ। ਇਦਾਂ ਦੇ ਪਾਠ ਨੂੰ ਤੁਰੰਤ ਖਿੱਚ ਕੇ ਅੱਜ ਕੱਲ ਦੇ ਸੰਤ ਆਪਣੇ ਵੱਲ ਲੈ ਜਾਂਦੇ ਨੇ, ਤੇ ਜਿਹੜੇ ਉਹਨਾਂ ਦੇ ਪੱਕੇ ਚੇਲੇ ਨੇ ਉਹ ਇਹੋ ਜਿਹਾ ਪਾਠ ਕਰਦੇ ਆ ਧੱਕ ਕੇ ਫਟਾਫਟ ਉਧਰ ਨੂੰ ਲੈ ਜਾਂਦੇ ਨੇ। ਵੇਖੋ ਜੀ, ਗੁਰੂ ਨੇ ਸਾਡੇ ਤੇ ਬੜੀ ਮਿਹਰ ਕੀਤੀ, ਸਾਨੂੰ ਸੰਤ ਮਿਲਾਤਾ। ਇੱਥੇ ਸੰਤ ਦਾ ਅਰਥ ਅਕਾਲ ਪੁਰਖ ਹੈ। ਤੱਤੇ ਨੂੰ ਔਂਕੜ ਲੱਗਾ ਹੋਇਆ। ਇੱਥੇ ਬਹੁਤਿਆਂ ਸੰਤਾਂ ਦੀ ਗੱਲ ਨਹੀਂ, ਇੱਕ ਸੰਤ ਦੀ ਗੱਲ ਹੈ। ਇੱਕ ਵਚਨ ਹੈ, ਪੁਲਿੰਗ ਹੈ। ਸਤਿਗੁਰੂ ਨੇ ਸੰਤ ਪਰਮੇਸ਼ਰ ਮਿਲਾਇਆ। ਔਰ ਦੇਖੋ, ਇੰਨੀ ਗੱਲ ਤੇ ਇੱਥੇ ਹੀ ਨਹੀਂ ਛੱਡ ਦਿੱਤਾ, ਅਗਲੀ ਲਾਈਨ ਬਹੁਤ ਜ਼ਿਆਦਾ ਸਪਸ਼ਟ ਕਰ ਦਿੱਤੀ। ਆਖਣ ਲੱਗੇ ਵੱਡਾ ਸਾਹਿਬ ਗੁਰੂ ਮਿਲਾਇਆ। ਮਤਲਬ ਇੱਕੇ ਲਾਈਨ 'ਚ ਉੱਥੇ ਨਹੀਂ ਛੱਡ ਦਿੱਤਾ। ਆਖਿਆ ਸਤਿਗੁਰ ਸੰਤ ਮਿਲਾਇਆ, ਸਤਿਗੁਰੂ ਨੇ ਸੰਤ ਮਿਲਾਇਆ, ਮਸਤਕ ਧਰ ਕੇ ਹੱਥ, ਵੱਡਾ ਸਾਹਿਬ ਗੁਰੂ ਮਿਲਾਇਆ। ਤੋ ਵੱਡਾ ਸਾਹਿਬ ਹੁਣ ਕੌਣ ਹੋ ਸਕਦਾ ਜੀ? ਵੱਡੇ ਸਾਹਿਬ ਨੂੰ ਸੰਤ ਵੀ ਆਖਿਆ। ਭਾਗ ਹੋਆ ਗੁਰ ਸੰਤ ਮਿਲਾਇਆ, ਗੁਰੂ ਨੇ ਸੰਤ ਮਿਲਾ ਦਿੱਤਾ। ਕਿਹੜਾ ਸੰਤ? ਪ੍ਰਭ ਅਬਨਾਸ਼ੀ। ਨਾਲ ਹੀ ਅਗਲੀ ਲਾਈਨ 'ਚ ਸਪਸ਼ਟ ਹੋ ਗਿਆ, ਪਰ ਅਸੀਂ ਅਗਲੀ ਲਾਈਨ ਵੱਲ ਧਿਆਨ ਹੀ ਨਹੀਂ ਦਿੱਤਾ। ਅਸੀਂ ਜਦੋਂ ਸੰਤ ਸਾਡੇ ਸਾਹਮਣੇ ਆਇਆ, ਅਸੀਂ ਤਾਂ ਬਸ ਜਾ ਡਿੱਗੇ ਉੱਲਰ ਕੇ ਵੀ ਆ ਲੈ। ਬੜੀ ਕਿਰਪਾ ਕੀਤੀ ਗੁਰੂ ਨੇ, ਸਾਨੂੰ ਸੰਤ ਮਿਲਾ ਦਿੱਤੇ ਆ। ਅਸੀਂ ਦੇਹਾਂ ਦੇ ਮਗਰ ਲੱਗ ਗਏ। ਜਦ ਕਿ ਜੇ ਪਾਠ ਨੂੰ ਧਿਆਨ ਨਾਲ ਕਰਾਂਗੇ ਤਾਂ ਸਾਡੇ ਇਹਨਾਂ ਮਸਲਿਆਂ ਦਾ ਹੱਲ ਸਤਿਗੁਰੂ ਦੀ ਬਾਣੀ ਕਰਦੀ ਆ। ਔਰ ਸਾਨੂੰ ਸਰੀਰਕ ਪੂਜਾ ਛੱਡ ਕੇ ਸਾਨੂੰ ਗੁਰੂ ਦੇ ਸੋਹਣੇ ਉੱਚੇ ਰੁਤਬੇ ਵੱਲ ਧਿਆਨ ਦੇਣਾ ਚਾਹੀਦਾ। ਮਹਾਰਾਜ ਨੇ ਕਿਸੇ ਗੱਲ ਦਾ ਕੋਈ ਭੁਲੇਖਾ ਰਹਿਣ ਨਹੀਂ ਦਿੱਤਾ। ਔਰ ਜੇ ਪਾਠ ਕਰਦੇ ਹਾਂ ਅਸੀਂ ਇਸ ਗੱਲ ਨੂੰ, ਵਿਚਾਰ ਨੂੰ ਪ੍ਰਵਾਨ ਕਰ ਲਈਏ, ਗੁਰੂ ਤੋਂ, ਅਕਾਲ ਪੁਰਖ ਤੋਂ ਵੱਡਾ ਦੁਨੀਆ ਦੇ ਵਿੱਚ ਭਾਵੇਂ ਕੋਈ ਵੀ ਹੋਵੇ, ਕੋਈ ਸੰਤ ਗੁਰੂ ਤੋਂ, ਅਕਾਲ ਪੁਰਖ ਤੋਂ ਵੱਡਾ ਨਹੀਂ ਹੈ। ਤੇ ਫਿਰ ਵੱਡੇ ਸਾਹਿਬ ਵੱਲ, ਵੱਡੇ ਸੰਤ ਵੱਲ ਹੀ ਧਿਆਨ ਰੱਖੀਏ, ਐਵੇਂ ਛੋਟਿਆਂ ਮੋਟਿਆਂ ਵੱਲ ਕੰਨ ਨੂੰ ਉਲਝਣਾ ਜੀ। ਸਤਿਗੁਰ ਸੰਤ ਮਿਲਾਇਆ, ਮਸਤਕ ਧਰ ਕੇ ਹੱਥ, ਵੱਡਾ ਸਾਹਿਬ ਗੁਰੂ ਮਿਲਾਇਆ, ਜਿਨ ਤਾਰਿਆ ਸਗਲ ਜਗਤ। ਮਨ ਕੀਆਂ ਇੱਛਾ ਪੂਰੀਆਂ, ਪਾਇਆ ਤੁਰ ਸੰਜੋਗ, ਨਾਨਕ ਪਾਇਆ ਸਚ ਨਾਮ,
ਸਦ ਹੀ ਭੋਗੇ ਭੋਗ। ਮਹਿਲਾ ਪੰਜਵਾ। ਮਨਮੁਖਾਂ ਕੇਰੀ ਦੋਸਤੀ, ਮਾਇਆ ਕਾ ਸੰਬੰਧ। ਵੇਖਦਿਆਂ ਹੀ ਭੱਜ ਜਾਣ, ਕਦੇ ਨਾ ਪਾਇਨ ਬੰਧ। ਜਿਚਰ ਪਹਿਨਨ ਖਾਵਣੇ, ਤਿਚਰ ਰੱਖਣ ਗੰਢ। ਜਿਤ ਦਿਨ ਕਿਛ ਨਾ ਹੋਵਈ, ਤਿਤ ਦਿਨ ਬੋਲਣ ਗੰਧ। ਜੀ ਕੀ ਸਾਰ ਨਾ ਜਾਣਨੀ, ਮਨਮੁਖ ਅਗਿਆਨੀ ਅੰਧ। ਕੂੜਾ ਗੰਢ ਨਾ ਚੱਲਈ, ਚਿੱਕੜ ਪੱਥਰ ਬੰਧ। ਅੰਧੇ ਆਪ ਨਾ ਜਾਣਨੀ, ਫੱਕੜ ਪਿੱਟਣ ਧੰਦ। ਝੂਠੇ ਮੋਹ ਲਪਟਾਇਆ, ਹੋਂ ਕਰਤ ਬੇਹੰਦ। ਕਿਰਪਾ ਕਰੇ ਜਿਸ ਆਪਣੀ, ਧੁਰ ਪੂਰਾ ਕਰਮ ਕਰੇ। ਜਨ ਨਾਨਕ ਸੇ ਜਨ ਉਬਰੇ, ਜੋ ਸਤਿਗੁਰ ਸ਼ਰਨ ਪਰੇ। ਪੌੜੀ। ਜੋ ਰਤੇ ਦੀਦਾਰ, ਸੇਈ ਸਚ ਹਾਕ। ਜਿਨੀ ਜਾਤਾ ਖਸਮ, ਕਿਉ ਲੱਭੈ ਤਿਨਾ ਖਾਕ। ਮਨ ਮੈਲਾ ਵੇਕਾਰ, ਹੋਵੇ ਸੰਗ ਪਾਕ। ਦਿਸੈ ਸੱਚਾ ਮਹਿਲ, ਖੁਲੈ ਪਰਮ ਤਾਕ। ਦਿਸੈ ਦਿਖਾਲੇ ਮਹਿਲ, ਤਿਸ ਨਾ ਮਿਲੈ ਤਾਕ। ਮਨ ਤਨ ਹੋਏ ਨਿਹਾਲ, ਬਿੰਦਕ ਨਦਰ ਝਾਕ। ਨੌ ਨਿਧ ਨਾਮ ਨਿਧਾਨ, ਗੁਰ ਕੈ ਸ਼ਬਦ ਲਾਗ। ਜਿਸੈ ਮਿਲੈ ਸੰਤ ਖਾਕ, ਮਸਤਕ ਜਿਸੈ ਭਾਗ। ਸ਼ਲੋਕ ਮਹਿਲਾ ਪੰਜਵਾ। ਹਰਨਾਖੀ ਕੂ ਸਚ ਵੈਣ ਸੁਣਾਈ, ਜੋ ਤੋ ਕਰੇ ਉਦਾਹਰਣ। ਸੁੰਦਰ ਬਚਨ ਤੁਮ ਸੁਨੋ ਛਬੀਲੀ, ਫਿਰ ਤੈਂਡਾ ਮਨ ਸਾਧਾਰਨ। ਵਾਹ। ਦੁਰਜਨ ਸੇਤੀ ਨੇ ਰਚਾਇਓ, ਦਸ ਵਿਖਾਵੇ ਕਾਰਨ। ਊਣੀ ਨਾਹੀ ਝੂਣੀ ਨਾਹੀ, ਨਾਹੀ ਕਿਸੈ ਵਿਹੂਣੀ। ਫਿਰ ਛੈਲ ਛਬੀਲਾ ਛੱਡ ਗਵਾਇਓ, ਦੁਰਮਤ ਕਰਮ ਵਿਹੂਣੀ। ਮਹਾਰਾਜ ਪੁੱਛਦੇ ਨੇ ਔਰ ਬਹੁਤ ਸੋਹਣੇ ਅਲੰਕਾਰ ਵਰਤੇ। ਪਹਿਲਾ ਅਲੰਕਾਰ ਵਰਤਿਆ ਹਰਣਾਖੀ। ਸੋਹਣੀਆਂ ਅੱਖਾਂ ਵਾਲੀਏ ਜੀਵ ਇਸਤਰੀਏ, ਹੇ ਸੋਹਣੇ ਜੀਵ। ਦੂਜਾ ਸਤਿਗੁਰੂ ਨੇ ਸ਼ਬਦ ਵਰਤਿਆ ਛਬੀਲੀ। ਹੇ ਸੁੰਦਰ ਜੀਵ ਇਸਤਰੀਏ, ਤੂੰ ਪਤੇ ਦੀ ਇੱਕ ਗੱਲ ਸੁਣ, ਕੰਮ ਆਉਣ ਵਾਲੀ ਇੱਕ ਗੱਲ ਸੁਣ। ਹਰਣਾਖੀ ਕੂ ਸੱਚ ਵੈਣ ਸੁਣਾਈ, ਜੋ ਤਉ ਕਰੇ ਉਦਾਹਰਣ। ਹੇ ਸੋਹਣੀਏ ਭੈਣੇ ਜੀਵ ਇਸਤਰੀਏ, ਤੈਨੂੰ ਮੈਂ ਇੱਕ ਗੱਲ ਸੁਣਾਵਾਂ। ਜੋ ਤਉ ਕਰੇ ਉਦਾਹਰਣ, ਜਿਹੜੀ ਗੱਲ ਤੇਰਾ ਉਧਾਰ ਕਰੇਗੀ, ਭਲਾ ਕਰੇਗੀ। ਸੁੰਦਰ ਬਚਨ ਤੁਮ ਸੁਣੋ ਛਬੀਲੀ। ਹੇ ਸੋਹਣੀਏ ਭੈਣੇ, ਸੁੰਦਰ ਬਚਨ ਸੁਣ। ਫਿਰ ਤੈਂਡਾ ਮਨ ਸਾਧਾਰਨ। ਜਿਹੜਾ ਪੇਰ ਆ ਨਾ, ਪੇਰ ਖਸਮ ਹੈ ਜਿਹੜਾ, ਉਹ ਮਨ ਦਾ ਆਸਰਾ ਆ, ਤੇਰੇ ਮਨ ਦਾ ਆਸਰਾ ਆ। ਫਿਰ ਅੱਗੇ ਇੱਕ ਸਵਾਲ ਪੁੱਛਦੇ ਆ, ਕਹਿੰਦੇ ਨੇ ਦੁਰਜਨ ਸੇਤੀ ਨੇ ਰਚਾਇਓ। ਤੂੰ ਦੁਰਜਨਾਂ ਦੇ ਨਾਲ, ਵਿਕਾਰਾਂ ਦੇ ਨਾਲ ਪਿਆਰ ਪਾ ਕੇ ਬੈਠੀ ਆ। ਦੱਸ ਵਿਖਾ ਮੈਂ ਕਾਰਨ, ਮੈਨੂੰ ਦੱਸ ਸਕਦੀ ਆ ਵੀ ਇਹ ਦੁਰਜਨਾਂ ਦੇ ਨਾਲ ਪਿਆਰ ਕਿਉਂ ਪਾਇਆ ਭਲਾ? ਇਹਦੇ ਚੋਂ ਕੀ ਲੱਭਦਾ ਭਲਾ? ਇਹਦੇ ਚੋਂ ਕੀ ਪ੍ਰਾਪਤੀ ਹੁੰਦੀ ਆ? ਇਹ ਸਵਾਲ ਗੁਰੂ ਅਰਜਨ ਸਾਹਿਬ ਸਾਨੂੰ ਪੁੱਛਦੇ ਆ, ਸਾਰਿਆਂ ਨੂੰ। ਹੇ ਹਰਣਾਖੀ, ਹੇ ਛਬੀਲੀ,
ਮੈਨੂੰ ਇੱਕ ਗੱਲ ਦਾ ਜਵਾਬ ਦੇ ਕਿ ਆ ਜਿਹੜਾ ਦੁਰਜਣਾ ਦੇ ਨਾਲ ਤੂੰ ਪਿਆਰ ਪਾਇਆ, ਇਹਦਾ ਕਾਰਨ ਕੀ ਹੈ, ਕਿਉਂ ਪਾਇਆ, ਇਹਦਾ ਕੋਈ ਉੱਤਰ ਦੇਵੇਂਗੀ ਤੂੰ? ਫਿਰ ਮਹਾਰਾਜ ਕਹਿੰਦੇ ਊਣੀ ਨਹੀਂ, ਤੇਰੇ ਚ ਕੋਈ ਘਾਟ ਥੋੜੀ ਹੈ। ਝੂਣੀ ਨਹੀਂ, ਨਾ ਹੀ ਕਿਸੇ ਵੇ ਹੋਣੀ, ਤੈਨੂੰ ਕਿਸੇ ਦੀ ਮੁਤਾਜੀ ਥੋੜੀ ਹੈ। ਤੇਰੇ ਚ ਕੋਈ ਘਾਟ ਥੋੜੀ ਹੈ ਕਿ ਐਵੇਂ ਹੀ ਵਿਕਾਰਾਂ ਦੇ ਦੁਬੇਲ ਬਣੇ ਰਹੋ। ਕੀ ਹੋਇਆ ਤੈਨੂੰ? ਕਿਉਂ ਇੱਧਰ ਇੱਧਰ ਝੁਕਾ ਕਿਉਂ ਕੀਤਾ ਹੋਇਆ ਤੂੰ? ਧਿਆਨ ਦੇ ਕੇ ਰੱਖਿਓ ਜੀ। ਫਿਰ ਸ਼ੈਲ ਛਬੀਲਾ ਛੱਡ ਗਵਾਇਓ। ਦੁਰਜਣਾ ਦੇ ਨਾਲ ਪਿਆਰ ਕਰਦੇ ਆ, ਤੂੰ ਛੈਲ ਛਬੀਲਾ ਸੋਹਣਾ ਪਤੀ ਪਰਮੇਸ਼ਰ ਛੱਡ ਲਿਆ ਆ। ਦੁਰਮਤ ਕਰਮ ਵੀ ਹੋਣੀ, ਆ ਜਿਹੜੀ ਦੁਰਮਤ ਭੈੜੀ ਮਤ ਕਰਕੇ ਤੂੰ ਕਰਮ ਵੀ ਹੋਣੀ ਹੋਈ ਆ। ਔਰ ਜਿਹੜੇ ਸਵਾਲ ਮਹਾਰਾਜ ਨੇ ਕੀਤੇ ਉਹਦਾ ਜਵਾਬ ਸਾਨੂੰ ਤਿਆਰ ਰੱਖਣਾ ਚਾਹੀਦਾ ਕਿ ਕਿਉਂ ਨੇ ਰਚਾਇਆ ਇਹਨਾਂ ਨਾਲ, ਇੱਧਰ ਝੁਕਾ ਕਿਉਂ ਕੀਤਾ। ਹਾਂਜੀ। ਨਾ ਹੋ ਭੁੱਲੀ ਨਾ ਹੋ ਚੁੱਕੀ, ਨਾ ਮੈਂ ਨਹੀਂ ਦੋਸ਼ਾ, ਜਿਤ ਹੋ ਲਾਈ ਤਿਤ ਹੋ ਲੱਗੀ, ਤੂੰ ਸੁਣ ਸੱਚ ਸੰਦੇਸ਼ਾ। ਵਾਹ ਵਾਹ। ਸਾਈ ਸੁਹਾਗਣ ਸਾਈ ਭਾਗਣ, ਜੈ ਪਿਰ ਕਿਰਪਾ ਧਾਰੀ, ਫਿਰ ਔਗਣ ਤਿਸਕੇ ਸਭ ਗਵਾਏ, ਗਲ ਸੇਤੀ ਲਾਏ ਸਵਾਰੀ। ਕਰਮਹੀਨ ਧਨ ਕਰੈ ਬਿਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਨਹਿ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਵਾਹ ਵਾਹ। ਮਹਿਲਾ ਪੰਜਵਾ। ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ, ਸਤਿਗੁਰ ਪੁਰਖ ਧਿਆਏ ਤੂੰ, ਸਭ ਦੁੱਖ ਵਿਸਾਰਨ ਹਾਰ। ਹਰ ਨਾਮਾ ਆਰਾਧ ਮਨ, ਸਭ ਕਿਲ ਵਿਖ ਚਾਹੇ ਵਿਕਾਰ, ਜਿਨ ਕੋ ਪੁਰਬ ਲਿਖਿਆ, ਤਿਨ ਰੰਗ ਲੱਗਾ ਨਿਰੰਕਾਰ। ਉਹਨੀ ਛੱਡਿਆ ਮਾਇਆ ਸੁਆਵੜਾ, ਧਨ ਸੰਚਿਆ ਨਾਮ ਪਾਰ, ਅੱਠੇ ਪੈਰ ਇੱਕ ਤੈ ਲਿਵੈ, ਮੰਨੇਨ ਹੁਕਮ ਅਪਾਰ। ਠੀਕ। ਜਨ ਨਾਨਕ ਮੰਗੈ ਦਾਨ ਇੱਕ, ਦੇਹੁ ਦਰਸ ਮਨ ਪਿਆਰ। ਪੌੜੀ। ਜਿਸ ਤੂੰ ਆਵੇਂ ਚਿਤ, ਤਿਸਨਾ ਸਦਾ ਸੁਖ, ਜਿਸ ਤੂੰ ਆਵੇਂ ਚਿਤ, ਤਿਸ ਜਮ ਨਾਹਿ ਦੁਖ। ਜਿਸ ਤੂੰ ਆਵੇਂ ਚਿਤ, ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ, ਸਭ ਕਾਜ ਸਵਾਰਿਆ। ਜਿਸ ਤੂੰ ਆਵੇਂ ਚਿਤ, ਸੋ ਪਰਮਾਨ ਜਨ, ਜਿਸ ਤੂੰ ਆਵੇਂ ਚਿਤ, ਬਹੁਤਾ ਤਿਸ ਧਨ। ਜਿਸ ਤੂੰ ਆਵੇਂ ਚਿਤ, ਸੋ ਵਟ ਪਰਵਾਰਿਆ, ਜਿਸ ਤੂੰ ਆਵੇਂ ਚਿਤ, ਤਿਨ ਕੁਲ ਉਧਾਰਿਆ। ਸ਼ਲੋਕ ਮਹਿਲਾ ਪੰਜਵਾ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੇ, ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੋ ਮੋਹ ਧਾਵੈ। ਅੰਦਰ ਮੈਲ ਨਾ ਉਤਰੈ ਹੋਮੈ, ਅੰਦਰ ਮੈਲ ਨਾ ਉਤਰੈ ਹੋਮੈ, ਫਿਰ ਆਵੈ ਜਾਵੈ। ਨੀਂਦ ਵਿਆਪਿਆ ਕਾਮ ਸੰਤਾਪਿਆ, ਮੁਖੋਂ ਹਰ ਹਰ ਕਹਾਵੈ। ਵਾਹ ਵਾਹ। ਵੈਸ਼ਨੋ ਨਾਮ ਕਰਮ ਹਉ ਜੁਗਤਾ, ਤੂੰ ਗੁੱਟੇ ਕਿਆ ਫਲ ਪਾਵੈ। ਹੰਸਾਂ ਵਿੱਚ ਬੈਠਾ ਬਗ ਨਾ ਬਣਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੈ। ਇਹਦਾ ਵਿਸ਼ਰਾਮ ਹੋਰ ਠੀਕ ਕਰ ਦਿਓ ਜੀ। ਹੰਸਾਂ ਵਿੱਚ ਬੈਠਾ ਬੱਗ, ਹੰਸਾਂ ਵਿੱਚ ਬੈਠਾ ਬਗ ਨਾ ਬਣਈ,
ਨਿਤ ਬੈਠਾ ਮੱਛੀ ਨੋ ਤਾਰ ਲਾਵੇ। ਹੰਸਾਂ ਵਿੱਚ ਬੈਠਾ ਬੱਗ, ਹੰਸਾਂ ਦੇ ਵਿੱਚ ਬੈਠਾ ਹੋਇਆ ਬਗਲਾ ਨਾ ਬਣਈ ਹੰਸ ਨਹੀਂ ਬਣਦਾ। ਨਿਤ ਬੈਠਾ ਮੱਛੀ ਨੂੰ ਤਾਰ ਲਾਵੇ, ਟਿਕ ਟਿਕੀ ਆਪਣਾ ਧਿਆਨ ਮੱਛੀ ਤੇ ਲਾ ਰਿਹਾ ਜੀ। ਹੰਸਾਂ ਵਿੱਚ ਬੈਠਾ ਬੱਗ ਨਾ ਬਣਈ, ਨਿਤ ਬੈਠਾ ਮੱਛੀ ਨੋ ਤਾਰ ਲਾਵੇ। ਜਾਂ ਹੰਸ ਸਵਾ ਵਿਚਾਰ ਕਰ ਦੇਖਣ, ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੇ। ਹਾਂ, ਹੰਸਾਂ ਨੇ ਵੀ ਮੀਟਿੰਗ ਕੀਤੀ ਵੀ ਬਗਲਿਆਂ ਨਾਲ ਆਪਣਾ ਸੰਬੰਧ, ਬਗਲਿਆਂ ਨਾਲ ਜੋੜ, ਬਗਲਿਆਂ ਨਾਲ ਗੱਠ ਜੋੜ ਬਹੁਤੀ ਦੇਰ ਚੱਲਣਾ ਨਹੀਂ। ਇਹਨਾਂ ਦਾ ਰਹਿਣ ਸਹਿਣ, ਇਹਨਾਂ ਦਾ ਸੁਭਾਅ, ਇਹਨਾਂ ਦੀ ਕਰਨੀ ਕਰਤੂਤ ਕੁਝ ਹੋਰ ਤਰ੍ਹਾਂ ਦੀ ਆ ਤੇ ਆਪਣੀ ਗੱਲਬਾਤ ਕੁਝ ਹੋਰ ਤਰ੍ਹਾਂ ਦੀ ਆ। ਹੰਸਾਂ ਨੇ ਜਦੋਂ ਵਿਚਾਰ ਕੀਤੀ ਬਗਲਿਆਂ ਦੇ ਬਾਰੇ ਕਿ ਇਹ ਵੀ ਚਿੱਟੇ ਚਿੱਟੇ ਲੱਗਦੇ ਨੇ, ਖੰਭ ਇਹਨਾਂ ਦੇ ਵੀ ਵਧੀਆ ਆ, ਵਾਹਵਾ ਭੀੜ ਲੱਗਦੀ ਆ, ਵੀ ਇਹ ਵੀ ਇਦਾਂ ਲੱਗਦਾ ਵੀ ਬੜੇ ਹੰਸ ਇਕੱਠੇ ਹੋਏ ਆ, ਵਾਹਵਾ ਗਿਣਤੀ ਹੋ ਗਈ ਨਾ। ਬਗਲੇ ਹੰਸਾਂ ਦੇ ਵਿੱਚ ਜਾ ਕੇ ਬਹਿ ਗਏ ਤੇ ਸਤਿਗੁਰੂ ਕਹਿੰਦੇ ਹੁਣ ਜਦੋਂ ਫਿਰ ਹੰਸਾਂ ਨੇ ਵਿਚਾਰਿਆ, ਸਲਾਹ ਕੀਤੀ ਵੀ ਬਗਲਿਆਂ ਦੇ ਨਾਲ ਬਹਿਣ ਖਲੋਣ ਰੱਖਣਾ ਤੇ ਬਗਲਿਆਂ ਨੂੰ ਵਿੱਚ ਸ਼ਾਮਲ ਕਰਕੇ ਰੱਖਣਾ, ਇਹ ਬਹੁਤਾ ਦੇਰ ਚੱਲਣ ਵਾਲਾ ਨਹੀਂ ਜੇ ਕੰਮ, ਇਹ ਬਹੁਤੀ ਦੇਰ ਚੱਲਣ ਵਾਲਾ ਨਹੀਂ ਆ ਕੰਮ। ਸੋ ਜਦੋਂ ਉਹਨਾਂ ਨੇ ਵਿਚਾਰ ਕੀਤੀ ਤਾਂ ਫਿਰ ਅੱਗੇ ਕੀ ਹੋਇਆ ਦੇਖਿਓ ਧਿਆਨ ਨਾਲ। ਹੰਸਾਂ ਹੀਰਾ ਮੋਤੀ ਚੁਗਣਾ, ਬੱਗ ਡੱਡਾ ਭਾਲਣ ਜਾਵੇ। ਹਾਂ, ਹੰਸਾਂ ਨੇ ਹੀਰਾ ਮੋਤੀ ਚੁਗਣਾ ਆ ਤੇ ਬਗਲਾ ਡੱਡੀਆਂ ਭਾਲਣ ਜਾ ਰਿਹਾ, ਉਹਨੇ ਜੀਵ ਜੰਤੂ ਖਾਣੇ ਆ। ਤਾਂ ਕਿਵੇਂ ਇਹਨਾਂ ਦਾ ਜੋੜ ਬਣ ਸਕਦਾ, ਕਿਵੇਂ ਸੁਭਾਅ ਰਲ ਸਕਦਾ, ਕਿਵੇਂ ਕਰਨੀ ਰਲ ਸਕਦੀ ਆ, ਬੜਾ ਜ਼ਿਆਦਾ ਫਰਕ ਆ। ਹਾਂਜੀ, ਉਡਰਿਆ ਵਿਚਾਰਾ ਬਗੁਲਾ, ਮਤ ਹੋਵੇ ਮੰਝ ਲਖਾਵੇ। ਤਾਂ ਉਹਨੂੰ ਖਤਰਾ ਪੈਦਾ ਹੋ ਗਿਆ ਵੀ ਕਿਤੇ ਮੇਰਾ ਆਪਣਾ ਆਪ ਜ਼ਾਹਰ ਹੀ ਨਾ ਹੋ ਜਾਂਦਾ ਹੋਵੇ, ਜਲੂਸ ਹੀ ਨਾ ਨਿਕਲ ਜਾਂਦਾ ਹੋਵੇ। ਉੱਡ ਰਿਹਾ ਵਿਚਾਰਾ ਬਗੁਲਾ, ਬਗਲਾ ਵਿਚਾਰਾ ਉੱਡ ਹੀ ਗਿਆ। ਜਿਤ ਕੋ ਲਾਇਆ ਤਿਤ ਹੀ ਲਾਗਾ, ਕਿਸ ਦੋਸ਼ ਦਿੱਚੈ ਜਾ ਹਰ ਐਵੇਂ ਭਾਵੈ। ਹਾਂ, ਰੱਬ ਜੀ ਨੂੰ ਐਵੇਂ ਪਾਉਂਦਾ ਆ ਬਈ। ਬਗਲੇ ਦਾ ਸੁਭਾਅ, ਬਗਲੇ ਦਾ ਮਨ ਜਿੱਦਾਂ ਦਾ ਹੈ, ਬਗਲੇ ਨੇ ਉਦਾਂ ਦਾ ਹੀ ਕੰਮ ਕਰਨਾ ਨਾ। ਜਿੱਥੇ ਉਹ ਜਿੱਦਾਂ ਦੀ ਉਹਦੀ ਬਣਤਰ ਆ ਉਹਨੇ ਉੱਥੇ ਹੀ ਲਾਇਆ ਹੋਇਆ, ਉੱਥੇ ਲੱਗਾ ਹੋਇਆ। ਹੰਸ ਦੀ ਬਣਤਰ, ਹੰਸ ਦਾ ਮਨ, ਹੰਸ ਦਾ ਸੁਭਾਅ ਜਿੱਦਾਂ ਦਾ ਘੜਿਆ ਆ, ਉਹ ਆਪਣੇ ਥਾਂ ਤੇ ਉੱਥੇ ਫਿੱਟ ਹੋਇਆ ਹੋਇਆ। ਸੋ ਜਿੱਥੇ ਜਿੱਥੇ ਉਹਨਾਂ ਦੀ ਘਾੜਤ ਘੜੀ, ਜਿੱਦਾਂ ਦੀ ਉਹਨਾਂ ਦੀ ਬਣਤਰ ਬਣੀ ਹੋਈ ਆ ਕੁਦਰਤ ਦੇ ਅੰਦਰ, ਉਹ ਆਪੋ ਆਪਣੇ ਥਾਂ ਤੇ ਲੱਗੇ ਹੋਏ ਆ ਭਾਈ। ਬਗਲੇ ਨੇ ਆਪਣਾ ਸੁਭਾਅ ਰੱਖਣਾ ਹੈ, ਹੰਸ ਨੇ ਆਪਣਾ ਸੁਭਾਅ ਰੱਖਣਾ ਹੈ। ਹਾਂਜੀ, ਸਤਿਗੁਰ ਸਰਵਰ ਰਤਨੀ ਫਲਪੂਰੇ, ਜਿਸ ਪ੍ਰਾਪਤ ਸੋ ਪਾਵੈ। ਸਿੱਖ ਹੰਸ ਸਰਵਰ ਇਕੱਠੇ ਹੋਏ, ਸਤਿਗੁਰ ਕਹਿ ਹੁਕਮਾਵੈ। ਸਿੱਖ ਹੰਸ ਸਰਵਰ ਇਕੱਠੇ ਹੋਏ, ਸਰਵਰ ਦੇ ਸਿਹਾਰੀ ਆ, ਸਰਵਰ ਉੱਤੇ, ਸਰੋਵਰ ਉੱਤੇ ਇਕੱਠੇ ਹੋਏ। ਪਰ ਸਰੋਵਰ ਦੀ ਨਾਲ ਹੀ ਡੈਫੀਨੇਸ਼ਨ ਸਤਿਗੁਰੂ ਨੇ ਪਹਿਲਾਂ ਇੱਕ ਲਾਈਨ 'ਚ ਦੇ ਦਿੱਤੀ, ਸਤਿਗੁਰ ਸਰਵਰ ਰਤਨੀ ਭਰਪੂਰੇ। ਸਤਿਗੁਰੂ ਸਰੋਵਰ ਆ ਰਤਨਾਂ ਨਾਲ ਭਰਿਆ ਹੋਇਆ। ਥੋੜੀ ਦੇਰ ਪਹਿਲਾਂ ਜਦੋਂ ਇਧਰੋਂ ਭੈਣ ਜੀ ਵੱਲੋਂ ਇੱਕ ਸਵਾਲ ਆਇਆ ਸੀਗਾ ਕਿ 15 ਨੰਬਰ ਪੌੜੀ ਦੇ ਨਾਲ ਜਿਹੜੇ ਸ਼ਲੋਕ ਆ, ਉਹਨਾਂ ਸ਼ਲੋਕਾਂ ਬਾਰੇ ਵੀ ਧਿਆਨ ਦਿਵਾਇਆ ਜਾਏ। ਤਾਂ ਆਪਾਂ ਉੱਥੇ ਪੜ੍ਹ ਰਹੇ ਸਾਂ ਕਿ ਅੰਨਾ ਰਤਨਾਂ ਦੀ ਪਰਖ ਕਰਨ ਜਾਵੇ ਤੇ ਰਤਨਾਂ ਦੀ ਉਹਨੂੰ ਕਦਰ ਨਹੀਂ, ਰਤਨਾਂ ਦੀ ਪਰਖ ਉਹਨੂੰ ਆਉਣੀ ਨਹੀਂ ਤੇ ਉਹ ਆਪਣਾ ਆਪ ਜਣਾ ਕੇ ਆਏਗਾ। ਹੁਣ ਇੱਥੋਂ ਦੇਖੋ ਰਤਨ ਕੀ ਆ। ਸਤਿਗੁਰ ਸਰਵਰ ਰਤਨੀ ਭਰਪੂਰੇ, ਜਿਸ ਪ੍ਰਾਪਤ ਸੋ ਪਾਵੇ। ਸਿੱਖ ਹੰਸ ਸਰਵਰ ਇਕੱਠੇ ਹੋਏ, ਕਿਹੜੇ ਸਰੋਵਰ ਤੇ? ਸਤਿਗੁਰੂ ਸਰੋਵਰ ਤੇ। ਸਤਿਗੁਰੂ ਸਰੋਵਰ ਤੇ ਸਿੱਖ ਹੰਸ ਇਕੱਠੇ ਹੋਏ, ਕਾਦੇ ਲਈ? ਹਾਂਜੀ, ਰਤਨ ਪਦਾਰਥ ਮਾਨਕ ਸਰਵਰ, ਭਰਪੂਰੇ ਖਾਏ ਖਰਚ ਰਹੇ ਟੋਟ ਨਾ ਆਵੇ। ਰਤਨ ਪਦਾਰਥ ਮਾਣਕ ਸਰਵਰ ਭਰਪੂਰੇ।
ਰਤਨ ਪਦਾਰਥ ਮਾਨਕ ਸਰਵਰ ਭਰਪੂਰੇ। ਰਤਨ ਪਦਾਰਥ ਮਾਨਕ ਸਰਵਰ ਭਰਪੂਰੇ। ਨਹੀਂ, ਸਰਵਰ ਭਰਪੂਰੇ। ਰਤਨ ਪਦਾਰਥ ਮਾਨਕ ਸਰਵਰ ਭਰਪੂਰੇ। ਖਾਏ ਖਰਚ ਰਹੇ ਟੋਟ ਨਾ ਆਵੇ। ਵਾਹ ਵਾਹ। ਸਰਵਰ ਹੰਸ ਦੂਰ ਨਾ ਹੋਈ। ਹਾਂ, ਸਰੋਵਰ ਤੋਂ ਹੰਸ ਦੂਰ ਨਾ ਹੋਈ। ਹੰਸ ਦੂਰ, ਹਾਂਜੀ ਸੌਖਾ ਹੀ ਆ। ਸਰਵਰ ਹੰਸ ਦੂਰ ਨਾ ਹੋਈ। ਕਰਤੇ ਕਰਤੇ ਐਵੇਂ ਭਾਵੈ। ਇਹ ਕਰਤੇ ਨੂੰ ਬੜੀ ਗੱਲ ਪਸੰਦ ਆ। ਇਹ ਕਰਤੇ ਦਾ ਹੁਕਮ ਆ। ਹੰਸ ਸਰੋਵਰ ਤੋਂ ਦੂਰ ਹੁੰਦੇ ਹੀ ਨਹੀਂ। ਠੀਕ ਹੈ ਜੀ, ਸਰਵਰ ਤੋਂ ਦੂਰ। ਆਪਾਂ ਉਦਣ ਵੀ ਗੱਲ ਕੀਤੀ ਸੀ, ਕੋਈ ਸ਼ੱਕ ਨਹੀਂ। ਹੋਵੇ ਹੰਸ, ਸੱਚੀ ਹੰਸ ਹੋਵੇ, ਤੇ ਕੋਧਰੇ ਦੇ ਖੇਤ ਤੇ ਬੈਠਣ ਨਾਲ ਵੀ ਕੋਧਰੇ ਨੂੰ ਕੋਈ ਨੁਕਸਾਨ ਨਹੀਂ, ਕਿਉਂਕਿ ਹੰਸੋ ਦਾ ਗਾਹਕ ਹੀ ਨਹੀਂ। ਹੰਸੋ ਦਾ ਗਾਹਕ ਹੀ ਨਹੀਂ। ਔਰ ਮੈਂ ਤਾਂ ਕਈ ਵਾਰੀ ਇਦਾਂ ਵੀ, ਠੀਕ ਆ, ਹੋ ਸਕਦਾ ਸਾਡੇ ਵਿਚਾਰਾਂ 'ਚ ਫਰਕ ਰਵੇ। ਮੈਂ ਤਾਂ ਕਹਿੰਦਾ, ਜੇ ਅਸੀਂ ਆਪਣੀ ਵਿਰਾਸਤ ਨੂੰ ਸਤਿਗੁਰੂ ਦੇ ਆਖੇ ਲਾ ਕੇ ਪਛਾਣੀਏ ਤੇ ਥੋੜੀ ਥੋੜੀ ਵਿੱਥ ਤੇ ਨਸ਼ੇ ਦੀਆਂ ਦੁਕਾਨਾਂ, ਠੇਕੇ ਵਗੈਰਾ ਖੁੱਲੇ ਆ। ਜੇ ਹਰ ਦੂਜੀ ਦੁਕਾਨ ਠੇਕਾ ਖੋਲ ਦਿੱਤਾ ਜਾਏ, ਕੀ ਹੰਸ ਕੋਧਰੇ ਦੇ ਖੇਤ ਦੇ ਨੇੜੇ ਤੇੜੇ ਆਲੇ ਦੁਆਲੇ ਬਹਿਣ ਨਾਲ ਕੋਧਰਾ ਖਾ ਲੈਂਦਾ ਹੈ? ਨਹੀਂ ਖਾਂਦਾ। ਕਮਜ਼ੋਰੀ ਸਾਡੇ ਮਨ ਦੀ ਆ, ਘਾੜਤ ਸਾਡੇ ਮਨ ਦੀ ਉਦਾਂ ਘੜੀ ਨਹੀਂ ਗਈ। ਜੇ ਬੰਦ ਵੀ ਕਰ ਦਿੱਤੇ ਜਾਣ ਨਾ, ਮੰਨ ਲਓ ਇੱਥੋਂ ਅਸੀਂ ਸ਼ਹਿਰ ਦੇ ਵਿੱਚੋਂ ਸਾਰਾ ਬੰਦ ਕਰ ਦਈਏ ਵੀ ਇਹ ਸਭ ਬੰਦ ਕਰ ਦਿਓ, ਕਿਸੇ ਨੂੰ ਨਾ ਮਿਲੇ ਇੱਥੇ, ਸ਼ਹਿਰੋਂ ਬਾਹਰ ਜਾ ਕੇ, ਦੂਰ ਜਾ ਕੇ ਕਿਤੇ ਨਾ ਕਿਤੇ ਲੈ ਆਉਣਗੇ। ਜਿਨ੍ਹਾਂ ਨੇ ਕਰਨਾ ਉਹਨਾਂ ਨੇ ਕਰੀ ਜਾਣਾ। ਲੋੜ ਸਾਨੂੰ ਮਜ਼ਬੂਤ ਹੋਣ ਦੀ ਆ, ਲੋੜ ਸਾਨੂੰ ਆਪਣੇ ਸਮਾਜ ਦੀ ਘਾੜਤ ਨੂੰ ਠੀਕ ਕਰਨ ਦੀ ਆ, ਜਿਹੜੀ ਕਿ ਹੋ ਨਹੀਂ ਰਹੀ। ਮੈਂ ਅੱਜ ਦਿਨੇ ਵੀ ਗੱਲ ਕਰਦਾ ਸੀ, ਸਭ ਤੋਂ ਵੱਡੀ ਘਾਟ, ਕਮਜ਼ੋਰੀ ਜਿਹੜੀ ਇਸ ਵੇਲੇ ਆ, ਉਹ ਸਾਡੇ ਐਜੂਕੇਸ਼ਨ ਸਿਸਟਮ 'ਚ ਆ। ਉੱਥੇ ਕੀ ਹੋ ਰਿਹਾ, ਸਿਰਫ ਨੰਬਰਾਂ ਦੀ ਦੌੜ ਲੱਗੀ ਹੋਈ ਆ। ਬੰਦੇ ਦੀ ਘਾੜਤ ਥੋੜਾ ਘੜੀ ਜਾ ਰਹੀ ਆ। ਇੱਕ ਮਸ਼ੀਨ ਤਿਆਰ ਹੋ ਰਹੀ, ਮਸ਼ੀਨ, ਉਹ ਜਿੰਨੀ ਵਧੀਆ ਮਸ਼ੀਨ ਤਿਆਰ ਹੋ ਜਾਏ, ਉਨੇ ਵਧੀਆ ਉੱਚੇ ਥਾਂ ਤੇ ਫਿੱਟ ਹੋ ਜਾਂਦੀ ਆ ਤੇ ਉਨੇ ਵੱਧ ਪੈਸੇ ਕਮਾਉਂਦੀ ਆ। ਅਸੀਂ ਬੰਦਾ ਥੋੜੀ ਘਾੜ ਰਹੇ ਆ, ਉਹ ਬੰਦੇ ਦੀ ਘਾੜਤ ਥੋੜੀ ਆ। ਮਸ਼ੀਨ ਤਿਆਰ ਹੋ ਰਹੀ, ਮਸ਼ੀਨ, ਉਹਨੂੰ ਉਹ ਜੋੜ ਤੋੜ ਸਭ ਜ਼ਬਾਨੀ ਐਦਾਂ ਸਿਖਾਏ ਜਾ ਰਹੇ ਆ। ਉਹ ਇੱਕ ਮਸ਼ੀਨ ਆ, ਉਹਦੇ ਤੇ ਪੈਸਾ ਲੱਗ ਰਿਹਾ, ਬਾਅਦ ਵਿੱਚ ਉਹਨੇ ਪੈਸਾ ਕਮਾਉਣਾ, ਬਸ ਇਹ ਤੋਂ ਉੱਤੇ ਹੋਰ ਕੁਝ ਨਹੀਂ। ਸਾਡੇ ਸਿਸਟਮ 'ਚ ਕਮੀ ਆ। ਹੋਰ ਦੇਖੋ ਧਿਆਨ ਨਾਲ, ਏਅਰਪੋਰਟ ਤੇ ਚਲੇ ਜਾਓ, ਅੰਦਰ ਉੱਥੇ ਮੰਨ ਲਓ ਆਪਾਂ ਡੋਮੈਸਟਿਕ ਦੇ ਉੱਤੇ ਹੀ ਆ, ਅੰਦਰ ਉੱਥੇ ਹਰ ਇੱਕ ਬੰਦਾ ਧਿਆਨ ਰੱਖਦਾ ਵੀ ਇਹ ਕਾਗਜ਼ ਹੈ ਮੇਰੇ ਕੋਲ, ਕਿੱਥੇ ਸੁੱਟਾਂ। ਪੂਰਾ ਉਹਨਾਂ ਨੇ ਜਿਵੇਂ ਬਣਾਇਆ ਨਾ ਉਵੇਂ ਉਹ ਉੱਥੇ ਤੁਰ ਰਿਹਾ। ਜਿਵੇਂ ਬਾਹਰ ਨਿਕਲਦੇ ਆ ਨਾ, ਉਹ ਸਮਾਨ ਵਾਲੀ ਰੇਹੜੀ ਅੱਧ ਵਿਚਕਾਰ ਹੀ ਲਾਈ ਆ, ਉਹ ਕਿਸੇ ਹੋਰ ਦੇ ਲੱਤਾਂ 'ਚ ਵੱਜ ਰਹੀ ਆ। ਖਾਣ ਵਾਲਾ ਸਾਜੋ ਸਮਾਨ ਆ, ਉਹ ਸੁੱਟਿਆ ਜਾ ਰਿਹਾ। ਇਹਨਾਂ ਨੂੰ ਬਾਹਰ ਨਿਕਲਦੇ ਕੀ ਹੋਇਆ? ਅੰਦਰ ਵੜਦਿਆਂ ਸਾਡੇ ਦਿਮਾਗ 'ਚ ਇੱਕ ਆਇਆ ਕਿ ਅਸੀਂ ਏਅਰਪੋਰਟ ਦੇ ਅੰਦਰ ਆ, ਤੇ ਬਾਹਰ ਨਿਕਲਦੇ ਸਾਡੇ ਦਿਮਾਗ ਨੇ ਆਪਣੇ ਆਪ ਹੀ ਉਹ ਕੰਮ ਸ਼ੁਰੂ ਕਰ ਲਿਆ ਵੀ ਹੁਣ ਕੋਈ ਖਤਰਾ ਨਹੀਂ ਹੈ ਨਾ। ਸਾਡੀ ਘਾੜਤ ਹੀ ਇਦਾਂ ਦੀ ਘੜੀ ਜਾ ਰਹੀ ਆ।
ਗੜਬੜ ਇੱਥੇ ਆ, ਹੋਰ ਰੌਲਾ ਨਹੀਂ ਹੈਗਾ। ਤੇ ਮਹਾਰਾਜ ਕਹਿੰਦੇ ਨੇ ਭਈ ਸਰਵਰ ਤੋਂ ਹੰਸ ਦੂਰ ਹੁੰਦੇ ਹੀ ਨਹੀਂ ਅਸਲ 'ਚ। ਤਾਂ ਅਸੀਂ ਤਾਂ ਸਰੋਵਰ ਦੇ ਉੱਤੇ ਹਮੇਸ਼ਾ ਰਹੀਏ, ਆਪਣੀਆਂ ਘਰਾਂ 'ਚ ਬੈਠੇ ਆ ਤਾਂ ਇਸ ਸਰੋਵਰ ਦੇ ਨਾਲ ਸਾਡਾ ਸੰਬੰਧ ਬਣਿਆ ਰਵੇ। ਸਤਿਗੁਰੂ ਦੇ ਵਿੱਚੋਂ ਅਸੀਂ, ਬਾਣੀ ਦੇ ਵਿੱਚੋਂ ਅਸੀਂ ਮੋਤੀ ਚੁਗਦੇ ਰਹੀਏ ਜੀ। ਸਰਵਰ ਹੰਸ ਦੂਰ ਨਾ ਹੋਈ, ਕਰਤੇ ਮੈਂ ਭਾਵੈ। ਜਨ ਨਾਨਕ ਜਿਸ ਦੇ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪਹਿਰਾਵੈ। ਵਾਹ ਵਾਹ। ਆਪ ਤਰਿਆ ਕੁਟੰਬ ਸਭ ਤਾਰੇ, ਸਭਾ ਸ੍ਰਿਸ਼ਟ ਛਡਾਵੈ। ਮਹਿਲਾ ਪੰਜਵਾਂ। ਪੰਡਿਤ ਆਖਾਏ ਬੋਧੀ ਰਾਹੀ, ਕੋਰੜ ਮੋਠ ਜਿਨੇਹਾ। ਅੰਦਰ ਮੋਹ ਨਿਤ ਭਰਮ ਵਿਆਪਿਆ, ਤਿਸ ਨਾਹੀ ਦੇਹਾ। ਕੋਰੜ ਮੋਠ ਦਾਲ ਆਪਣੇ ਘਰਾਂ 'ਚ ਬਣਦੀ ਹੈ ਜੀ। ਭੈਣਾਂ ਮਾਵਾਂ ਬੈਠੀਆਂ ਨੇ, ਛੇਤੀ ਸਮਝ ਜਾਣਗੀਆਂ। ਸਾਰੀ ਦਾਲ ਰਿੱਝ ਜਾਂਦੀ ਆ, ਵੀਰਾਂ ਨੂੰ ਵੀ ਸਮਝ ਲੱਗ ਜੂਗੀ। ਉਹ ਦਾਲ ਦੇ ਵਿੱਚ ਕੋਈ 1-2 ਦਾਣੇ ਐਸੇ ਰਹਿ ਜਾਂਦੇ ਆ ਜਿਹੜੇ ਕਰੜੇ ਆ, ਉਹ ਗਲੇ ਹੀ ਨਹੀਂ, ਉਹ ਰਿੱਝੇ ਹੀ ਨਹੀਂ। ਰੋਟੀ ਖਾਂਦਿਆਂ ਬੁਰਕੀ ਦੇ ਨਾਲ ਮੂੰਹ ਵਿੱਚ ਜਦੋਂ ਕਿਤੇ ਆ ਜਾਂਦਾ ਨਾ, ਸਾਰੀ ਰੋਟੀ ਦਾ ਸਵਾਦ ਖਰਾਬ ਕਰਦਾ। ਮਹਾਰਾਜ ਨੇ ਉਹ ਸ਼ਬਦ ਵਰਤਿਆ ਇੱਥੇ, ਪੰਡਿਤ ਅਖਾਏ ਬਹੁਤੀ ਰਾਹੀਂ, ਕੋਰੜ ਮੋਠ ਜਨੇਹਾ। ਉਸ ਕੋੜਕੂ ਵਰਗਾ ਆ ਜਿਹੜਾ ਦਾਲ ਦੇ ਵਿੱਚ ਆ ਜਾਂਦਾ, ਕਰੜਾ ਆ, ਗਲਿਆ ਹੀ ਨਹੀਂ, ਰਲਿਆ ਹੀ ਨਹੀਂ ਉਹਦੇ 'ਚ। ਤੇ ਜੇ ਮੂੰਹ ਵਿੱਚ ਆ ਜਾਏ ਤੇ ਸਭ ਖਾਦੇ ਪੀਤੇ ਦਾ ਸਵਾਦ ਉਹ ਖਰਾਬ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਐਸਾ ਆਇਆ ਏ ਪੰਡਿਤ, ਐਸਾ ਆਇਆ ਏ ਵਿਦਵਾਨ, ਜਿਹੜਾ ਕੋਰੜ ਮੋਠ ਵਰਗਾ ਆ। ਹਾਂਜੀ। ਕੁੜੀ ਆਵੇ ਕੁੜੀ ਜਾਵੇ, ਮਾਇਆ ਕੀ ਨਿਤ ਜੋਹਾ। ਸੱਚ ਕਹੈ ਤਾਂ ਛੋਹ ਆਵੇ, ਅੰਤਰ ਬਹੁਤਾ ਰੋਹਾ। ਮਤ ਵਿਆਪਿਆ ਦੁਰਮਤ ਕਬੁੱਧ ਕਮੂੜਾ, ਮਨ ਲਾਗਾ ਤਿਸ ਮੋਹਾ। ਠੱਗੈ ਸੇਤੀ ਠੱਗ ਰਲ ਆਇਆ, ਸਾਥ ਤੇ ਇੱਕੋ ਜਿਹਾ। ਸਤਿਗੁਰ ਸਰਾਪ ਨਦਰੀ ਵਿੱਚ ਦੋ ਕੱਢੈ, ਤਾਂ ਉਘੜ ਆਇਆ ਲੋਹਾ। ਬਹੁ ਤੇਰੀ ਥਾਈ ਰਲਾਏ ਦਿੱਤਾ, ਉਗੜਿਆ ਪੜਦਾ ਅੱਗੇ ਆਏ ਖਲੋਹਾ। ਸਤਿਗੁਰ ਕੀ ਜੇ ਸ਼ਰਣੀ ਆਵੇ, ਫਿਰ ਮਨੂਰੋਂ ਕੰਚਨ ਹੋਆ। ਸਤਿਗੁਰ ਨਿਰਵੈਰ ਪੁੱਤਰ ਛਤਰ ਸਮਾਨੇ, ਔਗਣ ਕੱਟੇ ਕਰੇ ਸ਼ੁੱਧ ਦੇਹਾ। ਨਾਨਕ ਜਿਸ ਧੁਰ ਮਸਤਕ ਹੋਵੇ ਲਿਖਿਆ, ਤਿਸ ਸਤਿਗੁਰ ਨਾਲ ਸਨੇਹਾ। ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ, ਜਿਸ ਕਿਰਪਾਲ ਹੋਵੇ ਤਿਸ ਹਿਰਦੈ ਵਸੇਹਾ। ਆਵਨ ਜਾਣਾ ਤਿਸ ਕਾ ਕਟਿਐ, ਸਦਾ ਸਦਾ ਸੁਖ ਹੋਆ। ਹੋੜੀ ਜੋ ਤੁਧ ਭਾਣਾ ਜੰਤ, ਸੋ ਤੁਧ 부ਝਈ। ਜੋ ਤੁਧ ਭਾਣਾ ਜੰਤ, ਸੋ ਦਰਗਾਹ ਸਿਜਈ। ਜਿਸਨੋ ਤੇਰੀ ਨਦਰ ਹੋਮੈ ਤਿਸ ਗਈ, ਜਿਸਨੋ ਤੂੰ ਸੰਤੁਸ਼ਟ ਕਲਮਲ ਤਿਸ ਖਈ। ਜਿਸ ਕੈ ਸੁਆਮੀ ਵੱਲ ਨਿਰਭਉ ਸੋ ਭਈ, ਜਿਸਨੋ ਤੂੰ ਕਿਰਪਾਲ ਸੱਚਾ ਸੋ ਥਈ। ਜਿਸਨੋ ਤੇਰੀ ਮਾਇਆ ਨਾ ਪੋਹੈ ਅਗਨਈ, ਤਿਸਨੋ ਸਦਾ ਦਇਆਲ। ਜਿਨ ਗੁਰ ਤੇ ਮਤ ਲਈ, ਜਿਸਨੋ ਤੇਰੀ ਮਾਇਆ ਨਾ ਪੋਹੈ ਅਗਨਈ, ਜਿਸਨੋ ਸਦਾ ਦਇਆਲ। ਜਿਨ ਗੁਰ ਤੇ ਮਤ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।